ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸੁਣ ਰਹੇ ਹੋ ਤੁਸੀਂ ਕੁਲਵੀਰ ਸਿੰਘ ਦੇ ਨਾਲ ਇਟਾਲੀਅਨ ਖਬਰਾਂ ਪੰਜਾਬੀ ਦੇ ਵਿੱਚ ਤੁਹਾਡਾ ਸਾਰਿਆਂ ਦਾ ਅੱਜ ਦੀਆਂ ਖਬਰਾਂ ਦੇ ਵਿੱਚ ਸਵਾਗਤ ਹੈ ਜੀ। ਇਟਲੀ ਦੀ ਸਰਕਾਰ ਨੇ ਇੱਕ ਬਹੁਤ ਹੀ ਵੱਡੀ ਖੁਸ਼ਖਬਰੀ ਦਿੱਤੀ ਹੈ ਜੀ, ਜਿਸ ਖੁਸ਼ਖਬਰੀ ਦੇ ਨਾਲ ਜਿੰਨੇ ਵੀ ਇਟਲੀ ਦੇ ਵਿੱਚ ਬੰਦੇ ਆਏ ਹੋਏ ਨੇ, ਜਿਨ੍ਹਾਂ ਦੇ ਜਿਹੜੇ 9 ਮਹੀਨਿਆਂ ਦੇ ਪੇਪਰਾਂ ਤੇ ਆਏ ਨੇ, ਉਹਨਾਂ ਨੂੰ ਤਕਰੀਬਨ 1-1 ਸਾਲ ਦੀ ਸਜੋਰਨ ਮਿਲ ਜਾਣੀ ਹੈ। ਤਕਰੀਬਨ ਸਾਰੇ ਬੰਦੇ ਪੱਕੇ ਹੋ ਜਾਣਗੇ। ਹੁਣ ਇਹ ਜਿਹੜਾ ਸਰਕਾਰ, ਜੇਕਰ ਦੇਖੀਏ ਮੌਜੂਦਾ ਜੋ ਸਰਕਾਰ ਵਾ, ਇਸ ਨੂੰ ਕਿਹਾ ਜਾਂਦਾ ਕਿ ਇਹ ਜਿਹੜੀ ਸਰਕਾਰ ਵਾ ਇਹ ਬਾਹਰਲੇ ਬੰਦਿਆਂ ਦੇ ਖਿਲਾਫ ਆ। ਇਹ ਨਹੀਂ ਚਾਹੁੰਦੀ ਕਿ ਗੈਰ ਮੁਲਕੀ ਇਟਲੀ ਦੇ ਵਿੱਚ ਆਉਣ, ਉਹ ਕੰਮ ਕਰਨ। ਪਰ ਇਸ ਸਰਕਾਰ ਨੇ ਮੌਕੇ ਸਮੇਂ-ਸਮੇਂ ਤੇ ਇਹ ਗੱਲ ਨੂੰ ਪ੍ਰੂਫ ਕੀਤਾ ਕਿ ਅਸੀਂ ਇਲੀਗਲ ਇਮੀਗ੍ਰੇਸ਼ਨ ਆ, ਇਸ ਦੇ ਖਿਲਾਫ ਆ। ਅਸੀਂ ਇਟਲੀ ਦੇ ਵਿੱਚ ਲੀਗਲ ਇਮੀਗ੍ਰੇਸ਼ਨ ਦੇ ਖਿਲਾਫ ਨਹੀਂ ਹੈਗੇ। ਹੁਣ ਇਸ ਟਾਈਮ ਜੇਕਰ ਅਸੀਂ ਜਾਰਜੀਆ ਮੈਲੋਨੀ ਦੀ ਸਰਕਾਰ ਦੀ ਗੱਲ ਕਰਦੇ ਹਾਂ ਕਿ 2023 ਦੇ ਲਈ ਜਿਹੜਾ ਕੋਟਾ ਕੀਤਾ ਗਿਆ ਸੀਗਾ ਉਹ ਆ ਤਕਰੀਬਨ 82,000 ਕੁਛ ਦਾ, ਜਿਸ ਤੋਂ ਬਾਅਦ ਦੇਖਰੇਤੋ ਕੁਤਰੋ ਵੀ ਪਾਸ ਹੋ ਗਿਆ, ਜਿਸ ਦੇ ਨਾਲ 3 ਸਾਲ ਲਗਾਤਾਰ ਪੇਪਰ ਖੁੱਲ੍ਹ ਗਏ ਨੇ, ਜਿਨ੍ਹਾਂ ਪੇਪਰਾਂ ਦੇ ਵਿੱਚ ਕਿਸੇ ਵੀ ਟਾਈਮ ਫਰਮਾਨ ਜਾਰੀ ਕੀਤੇ ਜਾ ਸਕਦੇ ਕਿ ਜੀ ਐਸ ਫਲਾਨੀ ਜਗ੍ਹਾ ਤੇ ਇੰਨੇ ਬੰਦੇ ਚਾਹੀਦੇ ਨੇ, ਇਟਲੀ ਦੇ ਪੇਪਰ ਖੁੱਲ੍ਹ ਜਾਣੇ ਆ। 3 ਸਾਲ ਦੇ ਲਈ ਪੇਪਰ ਖੁੱਲ੍ਹੇ ਹੋਏ ਨੇ। ਸਿਰਫ ਫਰਮਾਨ ਹੀ ਦੱਸਣਾ ਕਿ ਇੰਨੇ ਬੰਦਿਆਂ ਦੀ ਐਂਟਰੀ ਇੰਨੇ ਸਮੇਂ ਤੋਂ ਲੈ ਕੇ ਇੰਨੇ ਸਮੇਂ ਤੱਕ ਹੋਣੀ ਚਾਹੀਦੀ ਆ। ਪਰ ਗੱਲ ਕਰਦੇ ਹਾਂ ਕਿ 1 ਸਾਲ ਦੇ ਲਈ ਪੇਪਰ ਕਿੱਦਾਂ ਹੋਣੇ ਆ। ਇਸ ਟਾਈਮ ਸਰਕਾਰ ਨੇ ਪਾਰਲੀਮੈਂਟ ਦੇ ਵਿੱਚ ਇੱਕ ਨਵਾਂ ਬਿੱਲ ਸਾਹਮਣੇ ਰੱਖਿਆ ਜੋ ਇਹਨਾਂ ਦਿਨਾਂ ਦੇ ਵਿੱਚ ਪਾਸ ਹੋ ਸਕਦਾ ਜੀ। ਇਸ ਬਿੱਲ ਦੇ ਹਿਸਾਬ ਦੇ ਨਾਲ ਜਿਹੜੇ ਵੀ ਬੰਦੇ ਇਟਲੀ ਦੇ ਵਿੱਚ 9 ਮਹੀਨਿਆਂ ਦੇ ਪੇਪਰਾਂ ਤੇ ਆਏ ਹੋਏ ਨੇ, ਜਿਨ੍ਹਾਂ ਦੀ ਸਜੋਰਨ 2022 ਦੇ ਵਿੱਚ ਮੁੱਕਦੀ ਸੀ, ਉਹਨਾਂ ਸਾਰਿਆਂ ਦੀ ਸਜੋਰਨ ਜਿਹੜੀ ਆ 30 ਅਪ੍ਰੈਲ 2024 ਤੱਕ ਵੈਲਿਡ ਕਰ ਦਿੱਤੀ ਜਾਣੀ ਆ। ਇਹ ਕਾਨੂੰਨ ਪਾਸ ਨਹੀਂ ਹੋਇਆ, ਪਰ ਜੇਕਰ ਇਹ ਕਾਨੂੰਨ ਪਾਸ ਹੋ ਜਾਂਦਾ ਜੀ, ਸਾਰਿਆਂ ਦੇ ਵੱਲ ਲੱਡੂ, ਪਤਾਸੇ, ਰਸਗੁੱਲੇ, ਜੋ ਵੀ ਤੁਸੀਂ ਪਾਰਟੀ ਕਰਨਾ ਚਾਹੋ ਤਾਂ ਸਾਰੇ ਬੰਦੇ ਪਾਰਟੀਆਂ ਕਰਨ ਦੇ ਲਈ ਤਿਆਰ ਰਹੋ ਜੀ। ਜਲੇਬੀਆਂ, ਰਸਗੁੱਲੇ, ਗੁਲਾਬ ਜਾਮਣਾ, ਪਾਰਟੀਆਂ ਤਿਆਰ ਰੱਖੋ ਜੀ। 9 ਮਹੀਨੇ ਦੇ ਪੇਪਰਾਂ ਤੇ ਜਿੰਨੇ ਵੀ 2022 ਚ ਆਏ ਆ ਤੇ ਉਹਨਾਂ ਦੀ ਸਜੋਰਨ 2022 ਦੇ ਵਿੱਚ ਐਕਸਪਾਇਰ ਹੁੰਦੀ ਸੀ ਤੇ ਉਹ ਆਪਣੇ ਦੇਸ਼ ਵਾਪਸ ਨਹੀਂ ਮੁੜ ਕੇ ਗਏ, ਜੋ ਇਟਲੀ ਦੇ ਵਿੱਚ ਹੀ 2 ਨੰਬਰ 'ਚ ਕੱਚੇ ਹੋ ਕੇ ਰਹਿ ਰਹੇ ਨੇ, ਉਹਨਾਂ ਦੀ ਸਜੋਰਨ 30 ਅਪ੍ਰੈਲ 2024 ਤੱਕ ਵਧਾ ਦਿੱਤੀ ਜਾਣੀ ਹੈ ਜੇਕਰ ਕਾਨੂੰਨ ਪਾਸ ਹੋ ਜਾਂਦਾ। ਵੱਧਦੇ ਹਾਂ ਆਪਣੇ ਅਗਲੇ ਅਪਡੇਟ ਵੱਲ। ਅਗਲਾ ਜੋ ਆਪਣਾ ਅਪਡੇਟ ਆ ਰਿਹਾ, ਇਟਲੀ ਦੇ ਵਿੱਚ ਅਸੈਨਿਓ ਊਨੀਕੋ, ਜੋ ਸਰਕਾਰ ਵੱਲੋਂ ਇੱਕ ਸਹੂਲਤ ਦਿੱਤੀ ਜਾਂਦੀ ਹੈ ਜਿਨ੍ਹਾਂ ਦੇ ਬੱਚੇ ਕੰਮ ਨਹੀਂ ਕਰਦੇ ਜਾਂ ਫਿਰ ਜਿਨ੍ਹਾਂ ਦੇ ਬੱਚਿਆਂ ਦੀ ਉਮਰ 21 ਸਾਲ ਤੱਕ ਹੋ ਜਾਂਦੀ ਹੈ ਫਿਰ ਵੀ ਉਹ ਕੰਮ ਨਹੀਂ ਕਰਦੇ, ਤਾਂ ਉਹਨਾਂ ਨੂੰ ਪੈਸੇ ਮਿਲਦੇ ਆ। ਤਕਰੀਬਨ 15,12,000 ਬੰਦਿਆਂ ਨੂੰ ਟੋਟਲ ਸਰਕਾਰ ਵੱਲੋਂ ਸਹੂਲਤ ਦਿੱਤੀ ਜਾਂਦੀ ਹੈ। ਪਰ 3,12,000 3,78,000 ਇਹੋ ਜਿਹੀਆਂ ਫੈਮਲੀਆਂ ਵੀ ਨੇ ਜਿਨ੍ਹਾਂ ਨੂੰ ਪੈਸੇ ਅਸੈਨਿਓ ਊਨੀਕੋ ਦੇ ਵਾਪਸ ਕਰਨੇ ਪੈਣੇ। ਉਹ ਵਾਪਸ ਕਰਨ ਦਾ ਕਾਰਨ ਇਹ ਹੈ ਕਿ ਉਹਨਾਂ ਨੇ ਆਪਣੇ ਅਸੈਨਿਓ ਊਨੀਕੋ ਦੇ ਦਮਾਂਦੇ ਕੀਤੇ ਸੀ, ਪਰ ਉਹਨਾਂ ਦੇ ਬੱਚਿਆਂ ਦੀ ਉਮਰ 21 ਸਾਲ ਤੋਂ ਵੱਧ ਗਈ ਸੀ, ਪਰ ਫਿਰ ਵੀ ਉਹਨਾਂ ਨੂੰ ਪੈਸੇ ਆ ਗਏ। ਹੁਣ ਜਿਹੜੇ ਬੰਦਿਆਂ ਨੂੰ ਇਹ ਐਕਸਟਰਾ ਪੈਸੇ ਆਇਆ, ਸਾਰਿਆਂ ਨੂੰ ਵਾਪਸ ਕਰਨੇ ਪੈਣੇ। ਕਿੰਨੇ ਵਾਪਸ ਕਰਨੇ? ਤਕਰੀਬਨ 41,000 ਵਾਪਸ ਕਰਨੇ ਪੈਣੇ ਆ। ਗੱਲ ਇਹ ਹੈ ਜੀ ਕਿ ਜੇਕਰ ਤੁਹਾਨੂੰ ਵੀ ਕੋਈ ਪੈਸਾ ਆਉਂਦਾ, ਬਹੁਤ ਵਾਰ ਅਸੀਂ ਸੁਣਿਆ ਕਿ ਕੋਈ ਗੱਲ ਨਹੀਂ ਜੀ, ਦਮਾਂਦਾ ਲਾ ਦਿਓ, ਪੈਸੇ ਆ ਗਏ ਤਾਂ ਕੋਈ ਗੱਲ ਨਹੀਂ ਆਏ ਤਾਂ ਸਾਨੂੰ ਫੇਰ ਵੀ ਕੋਈ ਗੱਲ ਨਹੀਂ। ਦਮਾਂਦਾ ਬੋਨਸ ਦਾ ਸਿਰਫ ਉਹੀ ਕਰੋ ਜਿੱਥੇ ਤੁਹਾਨੂੰ ਪਤਾ ਕਿ ਤੁਹਾਨੂੰ ਹੱਕ ਹੈ। ਆਪਣੇ ਇੰਪਸ ਵਾਲਿਆਂ ਕੋਲ ਨਹੀਂ ਜਾਣਾ, ਤੁਸੀਂ ਕਾਫ ਵਾਲਿਆਂ ਕੋਲ ਜਾਓ, ਮਨਦੀਪ ਭਾਜੀ ਕੋਲ ਜਾਓ, ਤਰਨਜੀਤ ਭਾਜੀ ਕੋਲ ਜਾਓ, ਜਿਨ੍ਹਾਂ ਨੂੰ ਤੁਸੀਂ ਜਾਣਦੇ ਆ, ਆਪਣੇ ਯਕੀਨਯੋਗ ਕਾਫ ਪਤਰੋਨਾਤ ਵਾਲੇ, ਉਹਨਾਂ ਨੂੰ ਜਾ ਕੇ ਆਪਣੇ ਦਿਖਾਓ। ਜੇਕਰ ਤੁਸੀਂ ਬੋਨਸ ਕਰਨ ਦੀਆਂ ਰਿਕੁਆਇਰਮੈਂਟਾਂ ਨੂੰ ਪੂਰਾ ਉਤਰਦੇ ਹੋ, ਖਰਾ ਉਤਰਦੇ ਹੋ, ਤਾਂ ਫਿਰ ਹੀ ਕਰੋ, ਨਹੀਂ ਤਾਂ ਤੀਰ ਤੁੱਕੇ ਵਾਲੀ ਗੱਲ ਨਾ ਕਰੋ। ਪੈਸੇ ਵਾਪਸ ਦੇਣੇ ਪੈਂਦੇ ਤੇ ਜੁਰਮਾਨਾ ਵੀ ਨਾਲ ਦੇਣਾ ਪੈ ਸਕਦਾ। ਇਸ ਕਰਕੇ ਇਹਨਾਂ ਗੱਲਾਂ ਤੋਂ ਸਾਨੂੰ ਬਹੁਤ ਹੀ ਜ਼ਿਆਦਾ ਸਾਵਧਾਨ ਰਹਿਣ ਦੀ ਲੋੜ ਆ। ਉਸ ਤੋਂ ਬਾਅਦ ਵੱਧਦੇ ਹਾਂ ਜੀ ਆਪਣੇ ਅਗਲੇ ਅਪਡੇਟ ਵੱਲ। ਇੱਕ ਸਕੂਲ ਬੱਸ ਜਿਸ ਦੇ ਵਿੱਚ 20 ਬੱਚੇ ਸਵਾਰ ਸਨ, ਸੜਕ ਤੋਂ ਉਸ ਦਾ ਬੈਲੈਂਸ ਵਿਗੜਦਾ ਸੜਕ ਤੋਂ ਬਾਹਰ ਡਿੱਗ ਜਾਂਦੀ ਹੈ। 3 ਫੱਟੜ ਨੇ। ਬੱਸ ਦਾ ਜਿਹੜਾ ਡਰਾਈਵਰ ਆ ਉਹ ਵੀ ਗੰਭੀਰ ਹਾਲਾਤ ਦੇ ਵਿੱਚ ਆ। ਕਮੂਨੇ ਜ਼ੇਰੀ ਦੇ ਵਿੱਚ ਜਿਹੜੀ ਘਟਨਾ ਵਾਪਰੀ ਹੈ, ਤਕਰੀਬਨ ਅੱਜ 1:40 ਤੇ ਇਹ ਘਟਨਾ ਜਿਹੜੀ ਵਾਪਰੀ ਆ। ਮਾਸਾ ਕਰਾਰਾ ਦੇ ਵਿੱਚ ਇਹ ਪਿੰਡ ਪੈਂਦਾ ਜਿਸ ਨੂੰ ਪੁੰਤਰੇਮੋਲੀ ਵੀ ਕਿਹਾ ਜਾਂਦਾ, ਪੁੰਤਰੇਮੋਲੀ। ਤੇ ਇਸ ਟਾਈਮ ਦੱਸਿਆ ਜਾ ਰਿਹਾ ਕਿ ਇਸ ਬੱਸ ਦੇ ਵਿੱਚ 15 ਤੋਂ 16 ਸਾਲ ਤੱਕ ਦੇ ਬੱਚੇ ਵੀ ਸਨ। ਸਾਰਿਆਂ ਨੂੰ ਹਿਫਾਜ਼ਤ ਦੇ ਨਾਲ ਹਸਪੀਟਲਾਂ ਦੇ ਵਿੱਚ ਪਹੁੰਚਾ ਦਿੱਤਾ ਗਿਆ ਜੀ। ਉਸ ਤੋਂ ਬਾਅਦ ਇੱਕ ਹੋਰ ਵੱਡੀ ਗੁੱਡ ਨਿਊਜ਼, ਇਟਲੀ ਦੇ ਵਿੱਚ ਇੱਕ ਹੋਰ ਗੁੱਡ ਨਿਊਜ਼, ਇੱਕ ਹੋਰ ਵੱਡਾ ਅਪਡੇਟ। ਸਰਕਾਰ ਇੱਕ ਹੋਰ ਤੁਹਾਨੂੰ ਸਾਰਿਆਂ ਨੂੰ ਤੋਹਫਾ ਦੇਣ ਜਾ ਰਹੀ ਹੈ ਤੇ ਇਹ ਜਿਹੜਾ ਤੋਹਫਾ ਮਿਲਣਾ, ਜਿੰਨੇ ਵੀ ਇਟਲੀ ਦੇ ਵਿੱਚ 1 ਨੰਬਰ ਦੇ ਵਿੱਚ ਕੰਮ ਕਰਦੇ ਨੇ, ਚਾਹੇ ਉਹ ਫੈਕਟਰੀਆਂ ਦੇ ਵਿੱਚ ਕਰਦੇ ਆ, ਚਾਹੇ ਉਹ ਹਸਪਤਾਲਾਂ ਦੇ ਵਿੱਚ ਕਰਦੇ ਆ, ਉਹਨਾਂ ਸਾਰਿਆਂ ਦੇ ਦੀਆਂ ਜਿਹੜੀਆਂ ਤਨਖਾਹਾਂ ਵਧਣ ਲੱਗੀਆਂ ਨੇ। ਕਿੱਦਾਂ ਵਧਣ ਲੱਗੀਆਂ? ਸਰਕਾਰ ਇੱਕ ਵਾਰ ਫਿਰ ਕਹਿ ਰਹੀ ਹੈ ਕਿ ਅਸੀਂ ਜਿਹੜਾ ਬੰਦਿਆਂ ਦੇ ਉੱਤੇ ਲੱਗਾ ਹੋਇਆ ਟੈਕਸ ਵਾ ਉਸ ਨੂੰ ਘਟਾ ਦੇਣਾ। ਇਸ ਟਾਈਮ ਜੇਕਰ ਅਸੀਂ ਦੇਖਦੇ ਹਾਂ ਟੈਕਸ ਦੀ, ਜੇ ਅਸੀਂ ਗੱਲ ਕਰੀਏ, ਜੇਕਰ ਸਾਡੀ ਤਨਖਾਹ 15,000 ਯੂਰੋ ਤੱਕ ਆਉਂਦੀ ਹੈ ਤਾਂ ਸਾਨੂੰ ਸਾਡੀ ਜਿਹੜੀ ਤਨਖਾਹ ਦੇ ਵਿੱਚੋਂ 23% ਟੈਕਸ ਸਰਕਾਰ ਨੂੰ ਜਾਂਦਾ। ਜਿਨ੍ਹਾਂ ਦੀ ਤਨਖਾਹ 15,000 ਤੋਂ ਲੈ ਕੇ 28,000 ਤੱਕ ਜਾਂਦੀ ਆ, ਉਹਨਾਂ ਦਾ ਜਿਹੜਾ 25% ਜਿਹੜਾ ਟੈਕਸ ਕੱਟ ਹੁੰਦਾ। ਅਤੇ ਜਿਨ੍ਹਾਂ ਬੰਦਿਆਂ ਦੀ ਤਨਖਾਹ 28,000 ਯੂਰੋ ਤੋਂ ਲੈ ਕੇ
50,000 ਯੂਰੋ ਤੱਕ ਜਾਂਦੀ ਆ, ਉਹਨਾਂ ਦਾ 35% ਤੱਕ ਟੈਕਸ ਘੱਟ ਹੁੰਦਾ। ਜਿਨ੍ਹਾਂ ਦੀ ਤਨਖਾਹ 1 ਸਾਲ ਦੀ ਅਸੀਂ ਗੱਲ ਕਰ ਰਹੇ ਹਾਂ 50,000 ਤੋਂ ਉੱਤੇ ਜਾਂਦੀ ਹੈ ਤਾਂ ਉਹਨਾਂ ਦਾ 43% ਜਿਹੜਾ ਟੈਕਸ ਕੱਟ ਹੁੰਦਾ। ਹੁਣ ਇਹਦੇ ਵਿੱਚ ਨਵਾਂ ਕੀ? ਨਵਾਂ ਇਹ ਹੈ ਜੀ, ਸਰਕਾਰ ਕਹਿ ਰਹੀ ਹੈ ਕਿ ਜਿਹੜਾ 23% ਵਾਲਾ ਸੌਲੀਆ ਇਸ ਨੂੰ ਵਧਾ ਦਿੱਤਾ ਜਾਵੇ। 23% ਆ ਜਿਹੜਾ, ਇਹ ਕਹਿੰਦੇ ਵੀ ਜਿਹੜੇ ਬੰਦੇ 28,000 ਯੂਰੋ ਤੱਕ 1 ਸਾਲ ਦਾ ਕਮਾਉਂਦੇ ਨੇ ਉਹਨਾਂ ਦੀ ਤਨਖਾਹ ਸਿਰਫ 23% ਹੀ ਘੱਟ ਹੋਵੇ। ਕਹਿਣ ਦਾ ਭਾਵ ਆ ਜਿਨ੍ਹਾਂ ਦੀ ਤਨਖਾਹ 28,000 ਤੱਕ ਸਾਲ ਦੀ ਜਾਂਦੀ ਆ ਉਹਨਾਂ ਨੂੰ 2% ਐਕਸਟਰਾ ਜਿਹੜੇ ਪੈਸੇ ਮਿਲਣੇ, ਮਤਲਬ ਉਹਨਾਂ ਦਾ ਟੈਕਸ ਜਿਹੜਾ 2% ਘੱਟ ਹੋਣਾ। ਅਤੇ ਜਿਨ੍ਹਾਂ ਦੀ 50,000 ਤੱਕ ਜਾਂਦੀ ਹੈ, 28,000 ਤੋਂ ਲੈ ਕੇ 50,000 ਤੱਕ ਜਾਂਦੀ ਹੈ, ਉਹਨਾਂ ਦੀ ਵੀ ਸਿਰਫ 33% ਹੀ ਕਟੌਤੀ ਹੋਵੇਗੀ ਟੈਕਸ ਦੇ ਵਿੱਚ। ਬਾਕੀ ਜਿਹੜਾ ਆ ਟੈਕਸ ਜਿਹਨਾਂ ਦਾ ਨਹੀਂ ਕੱਟ ਹੋਇਆ ਕਰਨਾ। ਤੇ ਜਿਨ੍ਹਾਂ ਦੀ 50,000 ਤੋਂ ਉੱਤੇ ਆ ਉਹਨਾਂ ਦਾ ਜਿਹੜਾ ਟੈਕਸ ਵਾ 43% ਹੀ ਰਹਿਣਾ। ਜਿਨ੍ਹਾਂ ਦੀ ਰੈਦੀ ਤੋਂ 20,000 ਯੂਰੋ ਸਾਲ ਦੀ ਹੁੰਦੀ ਹੈ ਉਹਨਾਂ ਨੂੰ 100 ਯੂਰੋ ਵੱਧ ਜਾਣਾ, 2.13%। ਅਸੀਂ 2% ਹੀ ਰੱਖ, 2.25% ਉਹਨਾਂ ਨੂੰ ਜਿਹੜੇ ਪੈਸੇ ਆ ਜ਼ਿਆਦਾ ਆਣੇ ਆ। ਅਤੇ ਜਿਨ੍ਹਾਂ ਦੀ ਤਨਖਾਹ 35,000 ਯੂਰੋ ਆ ਸਾਲ ਦੀ, ਉਹਨਾਂ ਨੂੰ 400 ਯੂਰੋ ਆਉਣਾ, ਤਕਰੀਬਨ 4% ਐਕਸਟਰਾ ਤਨਖਾਹ ਮਿਲਣੀ ਆ, ਡਿਪੈਂਡ ਕਰਦਾ ਜਿੰਨੀ ਤਨਖਾਹ ਆ। ਅਤੇ ਜਿਨ੍ਹਾਂ ਦੀ ਤਨਖਾਹ ਸਾਲ ਦੀ 50,000 ਯੂਰੋ ਤੋਂ ਉੱਤੇ ਹੋ ਜਾਂਦੀ ਆ ਤੇ ਉਹਨਾਂ ਨੂੰ ਥੋੜ੍ਹਾ ਜਿਹੜਾ ਘੱਟ ਅਸੀਂ ਕਹਿ ਸਕਦੇ, ਉਹਨਾਂ ਨੂੰ ਫਾਇਦਾ ਕੁਛ ਨਹੀਂ ਹੋਣਾ ਪਰ ਉਹਨਾਂ ਨੂੰ ਨੁਕਸਾਨ ਵੀ ਕੁਛ ਨਹੀਂ ਹੋਣਾ। ਸਰਕਾਰ ਨੇ ਉਹਨਾਂ ਦੇ ਉੱਤੇ ਕਿਸੇ ਵੀ ਤਰ੍ਹਾਂ ਦਾ ਹੋਰ ਬੋਝ ਨਹੀਂ ਪਾਣਾ। ਇਸ ਤੋਂ ਬਾਅਦ ਅਸੀਂ ਉਸ ਵਿਅਕਤੀ ਵੱਲ ਲੈ ਕੇ ਜਾਂਦੇ ਹਾਂ ਤੁਹਾਨੂੰ ਜਿਸ ਦਾ ਨਾਮ ਬਰਨਾਰਡੋ ਰੋਸੀ ਆ। ਬਰਨਾਰਡੋ ਰੋਸੀ ਜੋ ਕਿ ਇੱਕ ਕੰਪਨੀ ਦਾ ਮਾਲਕ ਸੀ ਜੋ ਮਾਰਕੀਟਿੰਗ ਕਰਦੀ ਸੀ। ਇਹ ਉਹ ਬੰਦਾ ਜੀ ਜਿਹਨੇ 5 ਸਾਲ ਆਪਣੀ ਮਾਂ ਦੀ ਮਰੀ ਹੋਈ ਲਾਸ਼ ਨੂੰ ਆਪਣੇ ਘਰ ਦੇ ਵਿੱਚ ਰੱਖਿਆ ਤੇ ਉਸ ਦੀ ਜਿਹੜੀ ਪੈਨਸ਼ਨ ਲੈ ਕੇ ਖਾਂਦਾ ਰਿਹਾ। 27 ਮਈ ਨੂੰ ਇਸ ਦਾ ਪਰਦਾ ਫਾਸ਼ ਹੋਇਆ ਕਿਉਂਕਿ ਘਰ ਦੇ ਵਿੱਚ ਕੋਈ ਵੀ ਬੰਦਾ ਬੋਲ ਨਹੀਂ ਰਿਹਾ ਸੀ, ਘਰ ਕੋਈ ਖੋਲ ਨਹੀਂ ਰਿਹਾ ਸੀ ਦਰਵਾਜ਼ਾ। ਜਦੋਂ ਦਰਵਾਜ਼ਾ ਤੋੜਿਆ ਗਿਆ, ਭੰਨਿਆ ਗਿਆ ਤਾਂ ਅੰਦਰ ਦੇਖਿਆ ਕਿ ਇੱਕ ਲਾਸ਼ ਹੈ। ਲਾਸ਼ ਵੀ ਕਾਹਦਾ, ਇੱਕ ਕੰਕਾਲ ਹੀ ਰਹਿ ਚੁੱਕਾ ਸੀਗਾ। ਤੇ ਇਹ ਜਿਹੜਾ ਮੁੰਡਾ ਗਾਇਬ ਹੋ ਗਿਆ ਸੀਗਾ, ਇਹ ਗਾਇਬ ਹੋਇਆ ਮੁੰਡਾ ਹੁਣ 2 ਦਿਨਾਂ ਬਾਅਦ ਪੁਲਿਸ ਨੂੰ ਫੋਨ ਕਰਦਾ। ਹੋਟਲ ਦੇ ਇੱਕ ਕਮਰੇ ਦੇ ਵਿੱਚੋਂ ਬੈਠਾ ਪੁਲਿਸ ਨੂੰ ਫੋਨ ਕਰਦਾ ਅਪਾਰਟਮੈਂਟ ਤੋਂ, ਜਿੱਥੇ ਰਹਿੰਦਾ ਸੀਗਾ ਬੋਰਗੋ ਮਿਲਾਨੋ ਦੇ ਵਿੱਚ ਉਸ ਅਪਾਰਟਮੈਂਟ ਨੂੰ ਪੁਲਿਸ ਨੇ ਜ਼ਬਤ ਕਰ ਲਿਆ ਸੀਗਾ, ਉਸ ਨੂੰ ਸੀਲ ਕਰ ਦਿੱਤਾ ਸੀਗਾ। ਹੁਣ ਇਹ ਜਿਹੜਾ ਵੀਆ ਮਾਰਕੋ ਦੇ ਵਿੱਚ ਇੱਕ ਹੋਟਲ ਸੀਗਾ ਜਿੱਥੇ ਇਹ ਰਹਿ ਰਿਹਾ ਸੀਗਾ ਵਰੋਨਾ ਦੇ ਵਿੱਚ, ਉੱਥੋਂ ਫੋਨ ਕਰਦਾ ਪੁਲਿਸ ਵਾਲਿਆਂ ਨੂੰ, ਕਹਿੰਦਾ ਤੁਸੀਂ ਮੈਨੂੰ ਲੱਭ ਰਹੇ ਆ ਨਾ, ਮੈਂ ਇੱਥੇ ਹਾਂ, ਮੈਂ ਤੁਹਾਨੂੰ ਫੋਨ ਕਰਤਾ, ਮੈਂ ਇੱਥੇ ਹਾਂ। ਤੇ ਨਾਲ ਦੀ ਨਾਲ ਇਹ ਵੀ ਦੱਸਦਾ ਕਿ ਮੈਂ ਆਪਣੇ ਆਪ ਨੂੰ ਜ਼ਖਮੀ ਵੀ ਕਰ ਲਿਆ। ਜਦੋਂ ਉੱਥੇ ਪੁਲਿਸ ਪਹੁੰਚਦੀ, ਐਂਬੂਲੈਂਸ ਪਹੁੰਚਦੀ ਹੈ ਤੇ ਇਹ ਪਤਾ ਲੱਗਦਾ ਇਸ ਬੰਦੇ ਨੇ ਆਪਣੀ ਜਾਨ ਲੈਣ ਦੀ ਕੋਸ਼ਿਸ਼ ਕੀਤੀ। ਆਪਣੇ ਜਿਹੜਾ ਰਸੋਈ ਵਾਲੀ ਕਰਦ ਹੁੰਦੀ ਹੈ, ਛੁਰੀ ਹੁੰਦੀ ਹੈ ਜਾਂ ਜੋ ਵੀ ਤੁਸੀਂ ਕਹਿਣਾ ਚਾਹੁੰਦੇ ਹੋ, ਉਹ ਆਪਣੇ ਢਿੱਡ ਦੇ ਵਿੱਚ ਮਾਰੀ ਹੋਈ ਸੀ। ਦਰਵਾਜ਼ਾ ਇਹਦਾ ਪਹਿਲਾਂ ਹੀ ਖੁੱਲ੍ਹਿਆ ਸੀ। ਤੇ ਇਸ ਟਾਈਮ ਜਿਹੜੀ ਸਭ ਤੋਂ ਪਹਿਲੀ ਖਬਰ ਮਿਲ ਰਹੀ ਹੈ, ਜੋ ਪਹਿਲੀ ਇਸ ਟਾਈਮ ਇਪੌਦੇ ਸੀ, ਪਹਿਲਾ ਜੋ ਆਈਡੀਆ ਲਾਇਆ ਜਾ ਰਿਹਾ ਜੀ ਇਹ ਹੈ ਕਿ ਇਸ ਬੰਦੇ ਨੂੰ ਆਪਣੀ ਕੀਤੀ ਹੋਈ ਕਰਤੂਤ ਦੇ ਉੱਤੇ ਸ਼ਾਇਦ ਅਫਸੋਸ ਹੋਇਆ ਕਿ ਕਿੱਦਾਂ ਇਹਨੇ 5 ਸਾਲ ਆਪਣੀ ਮਰੀ ਹੋਈ ਮਾਂ ਨੂੰ ਆਪਣੇ ਕਮਰੇ ਦੇ ਵਿੱਚ ਰੱਖਿਆ ਜਿੱਥੇ ਉਹ ਰਹਿੰਦੀ ਸੀ। ਉਸ ਨੂੰ ਉਹਦੀ ਜਿਹੜੀ ਅੰਤਮ ਯਾਤਰਾ ਵੀ, ਉਹਦੀ ਜਿਹੜੀ ਲਾਸਟ, ਉਹ ਵੀ ਪੂਰੀ ਨਹੀਂ ਕੀਤੀ ਜੋ ਵਿਧੀ ਦੇ ਵਿਧਾਨ ਦੇ ਨਾਲ ਹੋਣਾ ਚਾਹੀਦਾ। ਉਸ ਤਰ੍ਹਾਂ ਉੱਦਾਂ ਦਾ ਇਹਨੇ ਕੁਛ ਵੀ ਨਹੀਂ ਕੀਤਾ। ਇਹ ਵੀ ਹੋ ਸਕਦਾ ਕਿ ਹੁਣ ਇਹਦਾ ਕਿਸੇ ਵੀ ਪਾਸੇ ਭੱਜਣ ਦਾ ਰਾਹ ਨਾ ਹੋਵੇ, ਪਰ ਫਿਲਹਾਲ ਇਸ ਵੇਲੇ ਇਹ ਬੰਦਾ ਖਤਰੇ ਤੋਂ ਬਾਹਰ ਆ। ਪਰ ਜਿੰਨੀ ਵੀ ਇਹਨੇ ਪੈਨਸ਼ਨ ਉਸ ਮਰੀ ਹੋਈ ਔਰਤ, ਮ੍ਰਿਤਕ ਔਰਤ ਦੀ ਲਈ ਹੈ, ਉਹ ਸਾਰੀ ਦੀ ਸਾਰੀ ਇਹਨੂੰ ਜਿਹੜੀ ਆ ਵਾਪਸ ਕਰਨੀ ਪੈਣੀ ਆ। ਜੋ ਇਸ ਟਾਈਮ ਐਸਟੀਮੇਟ ਲਾਇਆ ਜਾ ਰਿਹਾ, ਤਕਰੀਬਨ 30,000 ਯੂਰੋ ਪੈਨਸ਼ਨ ਇਹਨੇ 5 ਸਾਲਾਂ ਦੇ ਵਿੱਚ ਲਈ ਆ। ਉਸ ਤੋਂ ਬਾਅਦ ਜੇਕਰ ਇਸ ਨੂੰ ਕਿਸੇ ਤਰ੍ਹਾਂ ਦਾ ਜੁਰਮਾਨਾ ਜਾਂ ਫਿਰ ਇਸ ਨੂੰ ਜੇਲ੍ਹ ਜੂਲ ਹੋਣੀ ਹੋਊਗੀ ਤਾਂ ਉਹ ਵੀ ਸਰਕਾਰ ਜਿਹੜੀ ਆ ਤੈਅ ਕਰ ਸਕਦੀ। ਇਹ ਸਨ ਹੁਣ ਤੱਕ ਦੀਆਂ ਕੁਝ ਖਾਸ ਖਬਰਾਂ। ਮਿਲਾਂਗੇ ਤੁਹਾਡੇ ਨਾਲ ਅਗਲੇ ਅਪਡੇਟ ਦੇ ਵਿੱਚ। ਉਨਾ ਟਾਈਮ ਆਪਣੇ ਘਰ ਪਰਿਵਾਰ ਦਾ ਰੱਖਿਓ ਖਿਆਲ ਜੀ। ਸੁਣ ਰਹੇ ਇਟਾਲੀਅਨ ਖਬਰਾਂ ਤੋਂ ਹੀ ਕੁਲਵੀਰ ਸਿੰਘ ਨਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।